ਹੈਲੋ, ਪ੍ਰੇਜ਼ ਦ ਲਾਰਡ, ਸ਼ਾਲੋਮ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ। ਇੱਕ ਵਾਰ ਫਿਰ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਪਰਮ ਪਿਤਾ ਪਰਮੇਸ਼ਰ ਨੇ ਇਹ ਸਮਾਂ ਬਖਸ਼ਿਆ ਕਿ ਅਸੀਂ ਪਰਮੇਸ਼ਰ ਜੀ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਲੈ ਕੇ ਤੁਹਾਡੇ ਸੁਣਨ ਨੂੰ ਆ ਸਕੀਏ। ਅਸੀਂ ਪਰਮੇਸ਼ਰ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ਰ ਨੇ ਅੱਜ ਇੱਕ ਵਾਰ ਫਿਰ ਫਜ਼ਲ ਕੀਤਾ ਕਿ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਲੈ ਕੇ, ਉਸ ਦੇ ਭੇਤਾਂ ਨੂੰ ਲੈ ਕੇ ਪਰਮੇਸ਼ਰ ਦੇ ਇਹਨਾਂ ਪਾਕ ਵਚਨਾਂ ਦੇ ਵਿੱਚੋਂ ਤੁਹਾਡੇ ਲਈ ਲੈ ਕੇ ਆਏ ਹਾਂ। ਔਰ ਧੰਨਵਾਦ ਕਰਦੇ ਹਾਂ ਤੁਹਾਡਾ ਸਭਨਾਂ ਦਾ ਜਿਨ੍ਹਾਂ ਨੇ ਪਰਮੇਸ਼ਰ ਦੇ ਵਚਨ ਨੂੰ ਪ੍ਰੇਮ ਕੀਤਾ ਹੈ। ਔਰ ਇਹ ਪਰਮੇਸ਼ਰ ਦਾ ਵਚਨ ਹੀ ਹੈ ਜੋ ਸਾਨੂੰ ਆਜ਼ਾਦ ਕਰਦਾ ਹੈ। ਅੱਜ ਅਸੀਂ ਪ੍ਰਾਰਥਨਾ ਦੇ ਵਿਸ਼ੇ 'ਤੇ ਗੱਲ ਕਰਾਂਗੇ। ਪ੍ਰਾਰਥਨਾ ਦਾ ਵਿਸ਼ਾ ਬਹੁਤ ਹੀ ਗੰਭੀਰ ਵਿਸ਼ਾ ਹੈ। ਔਰ ਪ੍ਰਾਰਥਨਾ ਦੇ ਵਿਸ਼ੇ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਈ ਤਰ੍ਹਾਂ ਦੇ ਵਿਚਾਰ ਹੁੰਦੇ ਨੇ, ਪਰ ਮੈਂ ਤੁਹਾਨੂੰ ਅੱਜ ਜਿਹੜਾ ਪ੍ਰਾਰਥਨਾ ਦਾ ਵਿਸ਼ਾ ਦੱਸਣਾ ਚਾਹੁੰਦਾ ਉਹ ਬਹੁਤ ਹੀ ਮਹੱਤਵਪੂਰਨ ਹੈ। ਬਾਈਬਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਜ਼ਬੂਰਾਂ ਦੀ ਪੋਥੀ ਦੇ ਵਿੱਚ ਭਜਨ ਸੰਹਿਤਾ 86, ਜਦੋਂ ਅਸੀਂ 86 ਦਾ 11 ਵਚਨ ਪੜ੍ਹਦੇ ਹਾਂ ਤਾਂ ਲਿਖਿਆ ਹੈ, ਏ ਯਹੋਵਾ ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸੱਚਾਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ। ਹਾਲੇਲੂਇਆ। ਸੋ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ। ਪਰਮੇਸ਼ਰ ਦਾ ਵਚਨ ਸਾਨੂੰ ਇਸ ਜਗ੍ਹਾ ਤੇ ਦੱਸਦਾ ਹੈ, ਟੀਚ ਮੀ ਦ ਵੇ ਓ ਲਾਰਡ, ਆਈ ਵਿਲ ਵਾਕ ਇਨ ਦ ਟਰੂਥ। ਬਾਈਬਲ ਦੱਸਦੀ ਹੈ ਕਿ ਮੈਨੂੰ ਪਰਮੇਸ਼ਰ ਤੋਂ ਸੱਚਾਈ ਦਾ ਰਾਹ ਸਿਖਲਾ ਤੇ ਮੈਂ ਉਹਦੇ ਵਿੱਚ ਚੱਲਾਂਗਾ। ਔਰ ਪਰਮੇਸ਼ਰ ਦਾ ਵਚਨ ਇੱਥੇ ਇਹ ਵੀ ਕਹਿੰਦਾ ਹੈ ਕਿ ਪਰਮੇਸ਼ਰ ਮੈਂ ਤੇਰੇ ਨਾਮ ਦਾ ਭੈ ਮੰਨਾਂਗਾ। ਹਾਲੇਲੂਇਆ। ਗੱਲ ਪ੍ਰਾਰਥਨਾ ਦੀ ਹੈ। ਔਰ ਇਸ ਜਗ੍ਹਾ ਤੇ ਜਦੋਂ ਪਰਮੇਸ਼ਰ ਦਾ ਜਨ ਪ੍ਰਾਰਥਨਾ ਕਰਦਾ ਹੈ ਤਾਂ ਉਹ ਪਰਮੇਸ਼ਰ ਦੇ ਸਾਹਮਣੇ ਇਹ ਪ੍ਰਾਰਥਨਾ ਕਰਦਾ ਹੈ ਕਿ ਮੈਨੂੰ ਆਪਣੇ ਰਾਹ ਸਿਖਲਾ, ਮੈਂ ਤੇਰੀ ਸੱਚਾਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ, ਮੇਰੇ ਦਿਲ ਨੂੰ ਪਰਮੇਸ਼ਰ ਤੋਂ ਤਿਆਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ। ਔਰ ਇਸ ਵਚਨ 'ਚੋਂ ਅਸੀਂ ਕੀ ਸਿੱਖਦੇ ਹਾਂ? ਇੱਕ ਪ੍ਰਾਰਥਨਾ ਹੈ ਔਰ ਪ੍ਰਾਰਥਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਔਰ ਬਾਈਬਲ ਸਾਨੂੰ ਇਹ ਬਿਆਨ ਕਰਦੀ ਹੈ ਕਿ ਪ੍ਰਾਰਥਨਾ ਜਦੋਂ ਅਸੀਂ ਕਰਦੇ ਹਾਂ ਤਾਂ ਅਸੀਂ ਯਹੋਵਾ ਪਰਮੇਸ਼ਰ ਦੇ ਅੱਗੇ, ਉਸ ਪਰਮ ਪਿਤਾ ਪਰਮੇਸ਼ਰ ਦੇ ਅੱਗੇ ਕਰਦੇ ਹਾਂ। ਔਰ ਬਾਈਬਲ ਸਾਨੂੰ ਇਹ ਬਿਆਨ ਕਿਸ ਤਰ੍ਹਾਂ ਕਰਦੀ ਹੈ ਕਿ ਪ੍ਰਾਰਥਨਾ ਕਿਵੇਂ ਹੋਣੀ ਚਾਹੀਦੀ ਹੈ, ਤੇ ਸਾਨੂੰ ਆਪਣੀਆਂ ਪ੍ਰਾਰਥਨਾ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੋ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਪਰਮੇਸ਼ਰ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਸਿਰਫ ਦੂਜਿਆਂ ਦੀਆਂ ਪ੍ਰਾਰਥਨਾ 'ਤੇ ਡਿਪੈਂਡ ਹਨ। ਬਹੁਤ ਸਾਰੇ ਲੋਕ ਅੱਜ ਇਹ ਸੋਚਦੇ ਨੇ ਕਿ ਕੋਈ ਦੂਜਾ ਬੰਦਾ ਹੀ ਮੇਰੇ ਲਈ ਪ੍ਰਾਰਥਨਾ ਕਰੇ, ਦੂਜਾ ਬੰਦਾ ਹੀ ਮੇਰੇ ਵਾਸਤੇ ਪ੍ਰਾਰਥਨਾ ਕਰਦਾ ਰਹੇ। ਸੋ ਅੱਜ ਆਪਣੀਆਂ ਪ੍ਰਾਰਥਨਾਵਾਂ 'ਤੇ ਅੱਜ ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਪਰਮੇਸ਼ਵਰ ਸਾਡੀ ਪ੍ਰਾਰਥਨਾ ਨੂੰ ਸੁਣਦਾ ਹੈ। ਹਮੇਸ਼ਾ ਦੂਜਿਆਂ ਦੀ ਪ੍ਰਾਰਥਨਾ ਦੀ ਸਹਾਇਤਾ ਦੀ ਹੀ ਲੋਕ ਮੰਗ ਕਰਦੇ ਨੇ ਕਿ ਹਮੇਸ਼ਾ ਦੂਜੇ ਜਨ ਹੀ ਸਾਡੇ ਵਾਸਤੇ ਪ੍ਰਾਰਥਨਾ ਕਰਨ। ਇਹ ਕੋਈ ਬੁਰੀ ਗੱਲ ਨਹੀਂ ਹੈ ਕਿ ਦੂਜਿਆਂ ਦੀ ਪ੍ਰਾਰਥਨਾ ਦਾ ਸਹਾਇਤਾ ਲੈਣੀ ਕੋਈ ਬੁਰੀ ਗੱਲ ਨਹੀਂ ਹੈ। ਪਰ ਮੈਂ ਅੱਜ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਦੂਜਿਆਂ ਦੀਆਂ ਪ੍ਰਾਰਥਨਾਵਾਂ 'ਤੇ ਹੀ ਡਿਪੈਂਡ ਨਾ ਰਹੋ, ਪਰ ਤੁਸੀਂ ਖੁਦ ਵੀ ਪ੍ਰਾਰਥਨਾ ਕਰੋ ਔਰ ਵਿਸ਼ਵਾਸ ਕਰੋ ਕਿ ਖੁਦਾ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਔਰ ਯਾਦ ਰੱਖੋ, ਤੁਹਾਨੂੰ ਆਪਣੀ ਪ੍ਰਾਰਥਨਾ 'ਤੇ ਵਿਸ਼ਵਾਸ ਕਿਵੇਂ ਹੋਣਾ ਚਾਹੀਦਾ ਹੈ। ਔਰ ਬਾਈਬਲ ਸਾਨੂੰ ਇਸ ਦੇ ਬਾਰੇ ਜਦੋਂ ਅਸੀਂ ਯਾਕੂਬ ਦੀ ਕਿਤਾਬ ਉਸਦਾ 5:16 ਜੇਮਸ ਦਾ ਬੁੱਕ ਆਫ ਜੇਮਸ ਉਸਦਾ 5 ਚੈਪਟਰ 16 ਵਚਨ ਉੱਤੇ ਲਿਖਿਆ, ਇਸ ਲਈ ਤੁਸੀਂ ਆਪੋ ਵਿੱਚ ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਏ ਲਈ ਪ੍ਰਾਰਥਨਾ ਕਰੋ, ਭਾਈ ਤੁਸੀਂ ਨਰੋਏ ਹੋ ਜਾਓ। ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ। ਇਸ ਜਗ੍ਹਾ ਤੇ ਲਿਖਿਆ ਕਿ ਇੱਕ ਦੂਜੇ ਲਈ ਪ੍ਰਾਰਥਨਾ ਕਰੋ। ਬਾਈਬਲ 'ਚ ਲਿਖਿਆ ਕਿ ਤੁਸੀਂ ਆਪਸ ਵਿੱਚੋਂ ਆਪਣੇ ਆਪਣੇ ਪਾਪਾਂ ਦਾ ਕੀ ਕਰੋ? ਇਕਰਾਰ ਕਰੋ, ਆਪਣੇ ਆਪਣੇ ਪਾਪਾਂ ਨੂੰ ਮੰਨ ਲਓ, ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤੇ ਤੁਸੀਂ ਨਰੋਏ ਹੋ ਜਾਓ। ਪਰ ਅਗਲੀ ਜਿਹੜੀ ਗੱਲ ਬਾਈਬਲ ਦੇ ਵਿੱਚ ਲਿਖੀ ਗਈ ਹੈ ਬਹੁਤ ਹੀ ਸੋਹਣੀ ਹੈ। ਔਰ ਇੱਥੇ ਲਿਖਿਆ ਹੈ ਕਿ ਜਿਹੜਾ ਧਰਮੀ ਬੰਦਾ ਹੈ ਉਹਦੀ ਪ੍ਰਾਰਥਨਾ ਦੇ ਨਾਲ ਉਹਦੀ ਪ੍ਰਾਰਥਨਾ ਦੇ ਵਿੱਚ ਬੜਾ ਪ੍ਰਭਾਵ ਹੁੰਦਾ ਹੈ, ਉਹਦੀ ਪ੍ਰਾਰਥਨਾ ਦੇ ਵਿੱਚ ਬੜਾ ਅਸਰ ਹੁੰਦਾ ਹੈ। ਸੋ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਵੇਖਦੇ ਹਾਂ ਕਿ ਜਦੋਂ ਅਸੀਂ ਬੋਰਨ ਅਗੇਨ ਹੁੰਦੇ ਹਾਂ, ਜਦੋਂ ਅਸੀਂ ਨਵੇਂ ਸਿਰਿਓਂ ਪੈਦਾ ਹੁੰਦੇ ਹਾਂ, ਜਦੋਂ ਅਸੀਂ ਆਪਣੇ ਪਾਪਾਂ ਦੀ ਮਾਫੀ ਨੂੰ ਪਾ ਲੈਂਦੇ ਹਾਂ ਤਾਂ ਅਸੀਂ ਧਰਮੀ ਬਣ ਜਾਂਦੇ ਹਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਧਰਮੀ ਬਣਨ ਵਾਸਤੇ ਸਾਨੂੰ ਕੋਈ ਕੀਮਤ ਨਹੀਂ ਚੁਕਾਉਣੀ ਪੈਂਦੀ। ਧਰਮੀ ਬਣਨ ਵਾਸਤੇ ਸਾਨੂੰ ਕੋਈ ਕੀਮਤ ਨਹੀਂ ਚੁਕਾਉਣੀ ਪੈਂਦੀ। ਧਰਮੀ ਪਰਮੇਸ਼ਵਰ ਸਾਨੂੰ ਮੁਫਤ ਵਿੱਚ ਬਣਾਉਂਦੇ ਨੇ ਜਦੋਂ ਅਸੀਂ ਨਵੇਂ ਸਿਰਿਓਂ ਪੈਦਾ ਹੁੰਦੇ ਹਾਂ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਕੇ ਉਸ ਨੂੰ ਆਪਣਾ ਨਿੱਜੀ ਤੌਰ 'ਤੇ ਪ੍ਰਭੂ ਅਤੇ ਮੁਕਤੀਦਾਤਾ ਸਵੀਕਾਰ ਕਰਦੇ ਹਾਂ, ਜਦੋਂ ਅਸੀਂ ਆਪਣੇ ਪਾਪਾਂ ਦੀ ਮੁਆਫੀ ਨੂੰ ਪਾ ਲੈਂਦੇ ਹਾਂ ਤਾਂ ਅਸੀਂ ਮੁਫਤ ਦੇ ਵਿੱਚ ਪਰਮੇਸ਼ਵਰ ਦੇ ਵੱਲੋਂ ਧਰਮੀ ਠਹਿਰਾਏ ਜਾਂਦੇ ਹਾਂ। ਔਰ ਜਦੋਂ ਕੋਈ ਵਿਅਕਤੀ ਧਰਮੀ ਬਣ ਜਾਂਦਾ ਹੈ ਤਾਂ ਉਹਨੂੰ ਬਾਈਬਲ ਇਹ ਬਿਆਨ ਕਰਦੀ ਹੈ ਕਿ ਧਰਮੀ ਜਨ ਦੀਆਂ ਪ੍ਰਾਰਥਨਾਵਾਂ ਦੇ ਵਿੱਚ ਬੜਾ ਪ੍ਰਭਾਵ ਹੈ, ਬੜਾ ਅਸਰ ਹੈ।
ਸੋ ਆਓ ਅਸੀਂ ਇਸ ਵਚਨ ਨੂੰ ਬੜੇ ਧਿਆਨ ਦੇ ਨਾਲ ਆਪਣੇ ਜੀਵਨ 'ਚ ਲਾਗੂ ਕਰੀਏ। ਤੁਹਾਡੀਆਂ ਪ੍ਰਾਰਥਨਾਵਾਂ ਵਿਅਰਥ ਨਹੀਂ ਹਨ, ਤੁਹਾਡੀਆਂ ਪ੍ਰਾਰਥਨਾਵਾਂ ਪਰਮੇਸ਼ਵਰ ਸੁਣਦਾ ਹੈ। ਜਿਹੜੇ ਬੰਦੇ ਪਰਮੇਸ਼ਵਰ ਦਾ ਡਰ ਤੇ ਭੈ ਰੱਖਦੇ ਨੇ ਔਰ ਧਰਮੀ ਬਣ ਕੇ ਖੁਦਾ ਦੇ ਸਾਹਮਣੇ ਜਦੋਂ ਉਹ ਨੀਵੇਂ ਹੋ ਕੇ ਪ੍ਰਾਰਥਨਾ ਕਰਦੇ ਨੇ ਤਾਂ ਪਰਮੇਸ਼ਵਰ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਨੇ। ਬਹੁਤ ਵਾਰ ਕਈ ਵਾਰ ਲੋਕਾਂ ਦਾ ਇਹ ਮਨ ਹੁੰਦਾ ਹੈ ਕਿ ਪਰਮੇਸ਼ਵਰ ਸ਼ਾਇਦ ਸਾਡੀ ਪ੍ਰਾਰਥਨਾ ਨੂੰ ਨਹੀਂ ਸੁਣ ਰਹੇ। ਬਹੁਤਿਆਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੁੰਦਾ ਕਿ ਪਰਮੇਸ਼ਵਰ ਸਾਡੀ ਪ੍ਰਾਰਥਨਾ ਨੂੰ ਸੁਣਨਗੇ। ਕਈ ਵਾਰ ਬਹੁਤ ਲੰਬਾ ਸਮਾਂ ਪ੍ਰਾਰਥਨਾ ਕਰਨ ਤੋਂ ਬਾਅਦ ਉਹਨਾਂ ਦਾ ਮਨ 'ਚ ਇਹ ਵਿਚਾਰ ਆਉਂਦਾ ਹੈ ਕਿ ਕਵਰਿਆ ਪਰਮੇਸ਼ਵਰ ਨੇ ਮੇਰੀ ਪ੍ਰਾਰਥਨਾ ਸੁਣੀ ਨਹੀਂ ਹੈ। ਉਹਨਾਂ ਦੇ ਮਨ ਦੇ ਵਿੱਚ ਆਪਣੀ ਹੀ ਕੀਤੀ ਹੋਈ ਪ੍ਰਾਰਥਨਾ ਦੇ ਉੱਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਔਰ ਇਸ ਲਈ ਉਹ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਤੋਂ ਉਹ ਚੀਜ਼ਾਂ ਰਿਸੀਵ ਨਹੀਂ ਕਰ ਪਾਉਂਦੇ ਜੋ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸਨ। ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਨੇ ਔਰ ਉਹ ਬਹੁਤ ਲੰਬੇ ਸਮੇਂ ਤੱਕ ਪ੍ਰਾਰਥਨਾ ਕਰਨ ਤੋਂ ਬਾਅਦ ਹਾਰ ਜਾਂਦੇ ਨੇ। ਉਹ ਸੋਚਦੇ ਨੇ ਕਿ ਮੈਂ ਪ੍ਰਾਰਥਨਾ ਕੀਤੀ, ਸ਼ਾਇਦ ਪਰਮੇਸ਼ਵਰ ਨੇ ਨਹੀਂ ਸੁਣੀ। ਪਰਮੇਸ਼ਵਰ ਤੁਹਾਡੇ ਤੋਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਜਦ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਪ੍ਰਾਰਥਨਾ ਕਰਦੇ ਹੋ ਤਾਂ ਤੁਹਾਨੂੰ ਪਰਮੇਸ਼ਵਰ ਦੇ ਸਾਹਮਣੇ ਇਸ ਗੱਲ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪਰਮੇਸ਼ਵਰ ਨੇ ਤੁਹਾਡੀ ਪ੍ਰਾਰਥਨਾ ਨੂੰ ਸੁਣਿਆ ਹੈ ਔਰ ਜਦੋਂ ਪਰਮੇਸ਼ਵਰ ਨੇ ਸੁਣਿਆ ਹੈ ਤੇ ਪਰਮੇਸ਼ਵਰ ਕੰਮ ਵੀ ਕਰਦੇ ਹਨ। ਪਰਮੇਸ਼ਵਰ ਦਾ ਧੰਨਵਾਦ ਹੋਵੇ ਕਿ ਪਰਮੇਸ਼ਵਰ ਵਫਾਦਾਰ ਹਨ, ਉਹ ਕਦੀ ਵੀ ਬਦਲਦੇ ਨਹੀਂ। ਪਰਮੇਸ਼ਵਰ ਜੋ ਕੁਝ ਵੀ ਕਹਿੰਦੇ ਨੇ ਉਹ ਪਰਮੇਸ਼ਵਰ ਕਰਨ ਲਈ ਤਿਆਰ ਨੇ। ਸੋ ਪਰਮੇਸ਼ਵਰ ਦਾ ਵਚਨ ਬਹੁਤ ਹੀ ਖੂਬਸੂਰਤੀ ਨਾਲ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਤੇ ਕੀ ਕਰਨਾ ਚਾਹੀਦਾ ਹੈ, ਵਿਸ਼ਵਾਸ ਕਰਨਾ ਚਾਹੀਦਾ ਹੈ। ਬਹੁਤ ਵੱਡੀ ਗੱਲ ਹੈ ਕਿ ਆਪਣੀਆਂ ਪ੍ਰਾਰਥਨਾਵਾਂ ਤੇ ਬਹੁਤਿਆਂ ਨੂੰ ਵਿਸ਼ਵਾਸ ਨਹੀਂ ਹੁੰਦਾ ਦਾ ਮਤਲਬ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਈ ਵਾਰੀ ਆਪਣੇ ਜੀਵਨ 'ਚ ਜਿਹੜਾ ਧਿਆਨ ਦੇ ਕੇ ਦੇਖਿਓ, ਜਦੋਂ ਅਸੀਂ ਪ੍ਰਾਰਥਨਾਵਾਂ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਇੱਦਾਂ ਦੀਆਂ ਪ੍ਰਾਰਥਨਾਵਾਂ ਕਰਦੇ ਨੇ, ਬਹੁਤ ਲੰਬਾ ਸਮਾਂ ਸੋਚਦੇ ਨੇ ਕਿ ਅਸੀਂ ਪ੍ਰਾਰਥਨਾ ਕਰਾਂਗੇ ਤਾਂ ਪਰਮੇਸ਼ਵਰ ਸੁਣਦਾ ਹੈ। ਬਾਈਬਲ 'ਚ ਲਿਖਿਆ ਹੈ ਕਿ ਤੇਰੇ ਸ਼ਬਦ ਪਰਮੇਸ਼ਵਰ ਦੇ ਅੱਗੇ ਘੱਟ ਹੋਣੇ ਚਾਹੀਦੇ ਨੇ। ਪਰਮੇਸ਼ਵਰ ਦੀ ਜ਼ਿਆਦਾ ਸੁਣੋ, ਆਪਣੀ ਘੱਟ ਸੁਣਾਓ। ਸ਼ੁਕਰੀਆ ਦਾ ਧੰਨਵਾਦ, ਤਾਰੀਫ ਤੁਸੀਂ ਜਿੰਨਾ ਚਿਰ ਮਰਜ਼ੀ ਕਰ ਸਕਦੇ ਹੋ, ਉਸ ਦੀ ਆਰਾਧਨਾ ਉਸ ਦੀ ਤੁਸੀਂ ਜਿੰਨੀ ਮਰਜ਼ੀ ਵਡਿਆਈ ਕਰ ਸਕਦੇ ਹੋ, ਕਿਉਂਕਿ ਉਹ ਪ੍ਰਾਰਥਨਾ ਦਾ, ਆਰਾਧਨਾ ਦਾ ਇੱਕ ਹਿੱਸਾ ਹੈ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਪਰਮੇਸ਼ਵਰ ਤੋਂ ਕੁਝ ਮੰਗਦੇ ਹੋ ਜਾਂ ਤੁਸੀਂ ਪਰਮੇਸ਼ਵਰ ਦੇ ਅੱਗੇ ਕੋਈ ਪ੍ਰਾਰਥਨਾ ਕਰਦੇ ਹੋ ਤਾਂ ਉਸ ਸਮੇਂ ਤੁਹਾਡੀ ਇੱਕ ਸਿੱਧੀ ਤੇ ਸਰਲ ਪ੍ਰਾਰਥਨਾ ਪਰਮੇਸ਼ਵਰ ਦੇ ਅੱਗੇ ਹੋਣੀ ਚਾਹੀਦੀ। ਜਿਵੇਂ ਅਸੀਂ ਦੇਖਿਆ ਜ਼ਬੂਰਾਂ ਦੇ ਵਿੱਚ ਬਹੁਤ ਹੀ ਸੋਹਣੀ ਪ੍ਰਾਰਥਨਾ ਕੀਤੀ ਗਈ ਹੈ, ਯਹੋਵਾ ਮੈਨੂੰ ਆਪਣਾ ਰਾਹ ਸਿਖਲਾ ਤੇ ਮੈਂ ਤੇਰੀ ਸੱਚਾਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਤੇ ਮੈਂ ਤੇਰੇ ਨਾਮ ਦਾ ਭੈ ਮੰਨਾਂਗਾ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਦੇ ਹਾਂ ਤਾਂ ਪ੍ਰਾਰਥਨਾਵਾਂ ਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ। ਮੈਂ ਇੱਥੇ ਦੱਸਣਾ ਇਹ ਚਾਹੁੰਦਾ ਕਿ ਕਈ ਵਾਰੀ ਅਸੀਂ ਬਹੁਤ ਪ੍ਰਾਰਥਨਾਵਾਂ ਪਰਮੇਸ਼ਵਰ ਦੇ ਅੱਗੇ ਕਰਦੇ ਹਾਂ ਪਰ ਆਪ ਨੂੰ ਹੀ ਸਾਨੂੰ ਚੇਤੇ ਨਹੀਂ ਹੁੰਦਾ ਕਿ ਅਸੀਂ ਪਰਮੇਸ਼ਵਰ ਦੇ ਅੱਗੇ ਕੀ ਬੋਲਿਆ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਬੜੇ ਧਿਆਨ ਨਾਲ ਮੇਰੀ ਗੱਲ ਨੂੰ ਸੁਣਿਓ। ਬਹੁਤ ਸਾਰੇ ਭੈਣ ਭਰਾ ਇਦਾਂ ਦੇ ਨੇ ਜਿਨ੍ਹਾਂ ਨੇ ਪ੍ਰਾਰਥਨਾਵਾਂ ਤਾਂ ਜ਼ਿੰਦਗੀ 'ਚ ਪਰਮੇਸ਼ਵਰ ਦੇ ਸਾਹਮਣੇ ਬਹੁਤ ਵਾਰੀ ਕੀਤੀਆਂ ਹੋਣਗੀਆਂ ਔਰ ਕਰਦੇ ਹੋਣਗੇ, ਪਰ ਉਹਨਾਂ ਨੂੰ ਖੁਦ ਵੀ ਯਾਦ ਨਹੀਂ ਹੈਗਾ ਕਿ ਅਸੀਂ ਕੀ ਪ੍ਰਾਰਥਨਾ ਕੀਤੀ ਹੈ, ਅਸੀਂ ਪਰਮੇਸ਼ਵਰ ਤੋਂ ਕਿਸ ਗੱਲ ਦੀ ਮੰਗ ਕੀਤੀ ਹੈ। ਉਹ ਖੁਦ ਵੀ ਭੁੱਲ ਜਾਂਦੇ। ਸ਼ਾਇਦ ਤੁਹਾਡੇ ਰਿਕਾਰਡ ਦੇ ਵਿੱਚ ਉਹ ਨਾ ਹੋਵੇ ਜੋ ਤੁਸੀਂ ਕੀ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾਵਾਂ ਕੀਤੀਆਂ, ਪਰ ਯਾਦ ਰੱਖੋ ਪਰਮੇਸ਼ਵਰ ਹਮੇਸ਼ਾ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਪਰਮੇਸ਼ਵਰ ਇਹ ਚਾਹੁੰਦੇ ਨੇ ਕਿ ਅਸੀਂ ਜੋ ਕੁਝ ਪਰਮੇਸ਼ਵਰ ਦੇ ਸਾਹਮਣੇ ਪ੍ਰਾਰਥਨਾ ਦੇ ਵਿੱਚ ਮੰਗਿਆ ਹੈ ਉਸ ਦੇ ਉੱਤੇ ਬਣੇ ਰਹੀਏ ਉਸ ਦੇ ਉੱਤੇ। ਯਾਦ ਰੱਖੀਏ ਕਿ ਅਸੀਂ ਪਰਮੇਸ਼ਵਰ ਦੇ ਸਾਹਮਣੇ ਕੀ ਬੋਲਿਆ ਹੈ, ਅਸੀਂ ਕੀ ਪਰਮੇਸ਼ਵਰ ਨੂੰ ਆਖਿਆ ਹੈ। ਕਈ ਵਾਰੀ ਅਸੀਂ ਆਖ ਦਿੰਦੇ ਹਾਂ, ਵੱਡੀਆਂ ਲੰਬੀਆਂ ਲਿਸਟਾਂ ਪਰਮੇਸ਼ਵਰ ਦੇ ਸਾਹਮਣੇ ਰੱਖ ਦਿੰਦੇ ਹਾਂ ਤੇ ਆਪ ਨੂੰ ਵੀ ਯਾਦ ਨਹੀਂ ਹੁੰਦਾ ਕਿ ਅਸੀਂ ਪਰਮੇਸ਼ਵਰ ਅੱਗੇ ਕੀ ਮੰਗਿਆ। ਔਰ ਕਦੀ ਸਾਡੀ ਲਾਈਫ ਦੇ ਵਿੱਚ ਪਰਮੇਸ਼ਵਰ ਸਾਰੇ ਕੰਮ ਕਰ ਵੀ ਦਿੰਦੇ ਨੇ ਪਰ ਆਪਾਂ ਸ਼ੁਕਰਗੁਜ਼ਾਰੀ ਕਰਦੇ ਨਹੀਂ, ਆਪਾਂ ਨੂੰ ਚੇਤਾ ਵੀ ਨਹੀਂ ਹੁੰਦਾ ਕਿ ਅਸੀਂ ਪਰਮੇਸ਼ਵਰ ਤੋਂ ਇਸ ਗੱਲ ਦੀ ਪ੍ਰਾਰਥਨਾ ਵੀ ਕੀਤੀ ਸੀ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਤੁਹਾਨੂੰ ਨੇਚਾ ਹੋਣੀ ਚਾਹੀਦੀ ਆ, ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਆਪਣੀ ਪ੍ਰਾਰਥਨਾ। ਜਿਵੇਂ ਕਿ ਖੁਦਾ ਦੇ ਕਲਾਮ 'ਚ ਮਰਕੁਸ ਦੀ ਅੰਜੀਲ ਉਸ ਦਾ 11 ਅਧਿਆਇ ਦੀ 24 ਆਇਤ ਦੇ ਵਿੱਚ ਬਿਆਨ ਕੀਤਾ ਗਿਆ ਹੈ। ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ, ਪ੍ਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ। ਬਾਈਬਲ ਕਹਿੰਦੀ ਹੈ ਕਿ ਪ੍ਰਤੀਤ ਕਰੋ। ਹੁਣ ਕਿਸ ਗੱਲ ਦੀ ਪ੍ਰਤੀਤ ਕਰੀਏ? ਬਾਈਬਲ 'ਚ ਲਿਖਿਆ, ਇੱਕ ਵਾਰ ਫਿਰ ਬੜੇ ਧਿਆਨ ਨਾਲ ਸੁਣ ਲਓ। ਇਸ ਲਈ ਮੈਂ ਤੁਹਾਨੂੰ ਆਖਦਾ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ, ਪ੍ਰਤੀਤ ਕਰੋ। ਪ੍ਰਾਰਥਨਾ ਕਰਕੇ ਮੰਗੋ ਤੇ ਪ੍ਰਤੀਤ ਕਰੋ। ਹੁਣ ਤੁਹਾਨੂੰ ਆਪਣੀ ਪ੍ਰਾਰਥਨਾ ਤੇ ਵੀ ਪ੍ਰਤੀਤ ਹੋਣੀ ਚਾਹੀਦੀ ਹੈ, ਤੁਹਾਨੂੰ ਆਪਣੀ ਪ੍ਰਾਰਥਨਾ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਨੇ
ਜਿਹੜੇ ਪ੍ਰਾਰਥਨਾ ਕਰਦੇ ਨੇ ਪਰਮੇਸ਼ਵਰ ਦੇ ਅੱਗੇ, ਪਰ ਉਹਨਾਂ ਨੂੰ ਆਪਣੀ ਪ੍ਰਾਰਥਨਾ ਤੇ ਵਿਸ਼ਵਾਸ ਨਹੀਂ ਹੁੰਦਾ। ਪ੍ਰਾਰਥਨਾ ਤਾਂ ਕਰ ਦਿੱਤੀ ਹੈ, ਪਰ ਆਪਣੀ ਪ੍ਰਾਰਥਨਾ ਤੇ ਹੀ ਵਿਸ਼ਵਾਸ ਨਹੀਂ ਹੈ। ਔਰ ਧਿਆਨ ਦਿਓ, ਬਾਈਬਲ ਕਹਿੰਦੀ ਪ੍ਰਤੀਤ ਕਰੋ, ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ। ਸੋ ਬਾਈਬਲ ਬਿਆਨ ਕਰਦੀ ਹੈ ਕਿ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਪ੍ਰਾਰਥਨਾਵਾਂ ਤੇ ਤਾਂ ਵਿਸ਼ਵਾਸ ਨਹੀਂ ਕਰਦੇ, ਪਰ ਹੋਰ ਚੀਜ਼ਾਂ ਤੇ ਵਿਸ਼ਵਾਸ ਕਰਦੇ ਨੇ। ਵਚਨ ਤੇ ਵਿਸ਼ਵਾਸ ਕਰਨ ਦੀ ਬਜਾਏ, ਪ੍ਰਾਰਥਨਾ ਆਪਣੀ ਤੇ ਵਿਸ਼ਵਾਸ ਕਰਨ ਦੀ ਬਜਾਏ ਉਹ ਦੂਜਿਆਂ ਤੇ ਡਿਪੈਂਡ ਨੇ। ਮੈਂ ਇੱਕ ਘਟਨਾ ਜਿਹੜੀ ਮੈਨੂੰ ਲਾਸਟ ਦਿਨਾਂ ਦੇ ਵਿੱਚ ਮੇਰੇ ਸਾਹਮਣੇ ਆਈ, ਸੁਣ ਕੇ ਬੜਾ ਦੁੱਖ ਲੱਗਿਆ ਕਿ ਇੱਕ ਪ੍ਰਚਾਰਕ ਨੇ ਕਿਸੇ ਨੂੰ ਭਵਿੱਖਬਾਣੀ ਕੀਤੀ ਕਿ ਤੇਰਾ ਪਤੀ ਆਸਟ੍ਰੇਲੀਆ ਜਾਵੇਗਾ, ਤਾਂ ਹੁਣ ਆਸਟ੍ਰੇਲੀਆ ਜਾਣ ਦੇ ਲਈ ਟਰਾਈ ਕਰ ਰਿਹਾ ਹੈ, ਲੱਭ ਰਿਹਾ ਹੈ ਕਿ ਕਿੱਦਾਂ ਜਾਵਾਂ। ਤਾਂ ਇਸ ਲਈ ਤੁਹਾਨੂੰ ਟਰਾਈ ਕਰਨ ਦੀ ਲੋੜ ਨਹੀਂ। ਜਿਹਨੇ ਭਵਿੱਖਬਾਣੀ ਕੀਤੀ ਸੀ ਉਹਨੂੰ ਪੁੱਛ ਲਓ ਵੀ ਕਿੱਦਾਂ ਜਾਵਾਂ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਭ ਚੀਜ਼ਾਂ ਜਿਹੜੀਆਂ ਆਪਣੇ ਜੀਵਨ ਦੇ ਵਿੱਚ ਦੂਜਿਆਂ ਦੇ ਕਹੇ ਤੇ ਤੁਸੀਂ ਦੌੜੇ ਫਿਰਨਾ, ਇਹ ਜਿਹੜੀਆਂ ਚੀਜ਼ਾਂ ਹਨ, ਇਹ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢ ਕੇ ਤੁਸੀਂ ਸਿਰਫ ਪਰਮੇਸ਼ਵਰ ਤੇ ਭਰੋਸਾ ਰੱਖਣਾ ਸਿੱਖੋ। ਵਿਸ਼ਵਾਸ ਨਾਲ ਚੱਲੋ। ਪਰਮੇਸ਼ਵਰ ਤੋਂ ਜੋ ਕੁਝ ਮੰਗਦੇ ਹੋ ਪ੍ਰਤੀਤ ਕਰੋ ਕਿ ਖੁਦਾ ਤੁਹਾਡੇ ਲਈ ਕਰ ਸਕਦਾ। ਪਰ ਕਿੱਦਾਂ ਕਰ ਸਕਦਾ, ਇਹ ਗੱਲ ਬਹੁਤ ਸਮਝਣ ਵਾਲੀ ਹੈ। ਕਈ ਵਾਰੀ ਆਪਾਂ ਉੱਦਾਂ ਹੀ ਪ੍ਰਤੀਤ ਤਾਂ ਕਰ ਲੈਂਦੇ ਹਾਂ ਕਿ ਮੈਂ ਮੰਗ ਲਿਆ, ਰੱਬਾ ਮੈਨੂੰ ਹੈਲੀਕਾਪਟਰ ਦੇ ਦੇ ਤੇ ਮਿਲਣਾ ਨਹੀਂ ਹੈਗਾ। ਜੇ ਪਰਮੇਸ਼ਵਰ ਤੋਂ ਕਹੋ ਮੈਨੂੰ 에ਅਰੋਪਲੇਨ ਦੇ ਦੇ ਤੇ ਮੈਨੂੰ ਮਿਲ ਗਿਆ, ਵਿਸ਼ਵਾਸ ਕਰ ਲਿਆ, ਤੇ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਮਿਲ ਜਾਏਗਾ। ਪਰਮੇਸ਼ਵਰ ਦਾ ਵਚਨ ਅੱਗੇ ਵੀ ਸਾਨੂੰ ਕੁਝ ਸਿਖਾਉਂਦਾ ਹੈ, ਬੜੇ ਧਿਆਨ ਨਾਲ ਸੁਣਿਓ। ਬਾਈਬਲ ਦੇ ਵਿੱਚ ਜਦੋਂ ਅਸੀਂ ਪਹਿਲਾ ਯੋਹਨਾ ਦੀ ਪੱਤਰੀ ਉਸਦਾ 5 ਅਧਿਆਇ ਤੇ 14 ਤੇ 15 ਵਚਨ ਪੜ੍ਹਦੇ ਤਾਂ ਲਿਖਿਆ, ਅਤੇ ਉਹਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਭਾਈ, ਜੇ ਅਸੀਂ ਉਹਦੀ ਇੱਛਾ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ। ਹਾਲੇਲੂਇਆ। ਧਿਆਨ ਦੇਣਾ ਇਸ ਗੱਲ ਤੇ ਕਿ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ। ਜਦੋਂ ਯੋਹੰਨਾ ਦੀ ਅਸੀਂ ਪਹਿਲੀ ਪੱਤਰੀ ਨੂੰ ਪੜ੍ਹਦੇ ਹਾਂ ਤਾਂ ਇਸ ਜਗ੍ਹਾ ਤੇ ਪਰਮੇਸ਼ਰ ਦਾ ਵਚਨ ਬਿਆਨ ਕਰਦਾ ਹੈ ਕਿ ਜਦੋਂ ਪਰਮੇਸ਼ਰ ਦੇ ਸਾਹਮਣੇ ਸਾਨੂੰ ਦਲੇਰੀ ਹੈ ਤਾਂ ਕਾਹਦੀ ਦਲੇਰੀ ਹੈ। ਲਿਖਿਆ ਕਿ ਜਦੋਂ ਉਹਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਭਾਈ, ਜੇ ਅਸੀਂ ਉਹਦੀ ਇੱਛਾ ਅਨੁਸਾਰ ਕੁਝ ਮੰਗਦੇ ਹਾਂ। ਕਿਹਦੀ ਇੱਛਾ ਅਨੁਸਾਰ? ਪਰਮੇਸ਼ਰ ਦੀ ਇੱਛਾ ਦੇ ਮੁਤਾਬਿਕ। ਅਸੀਂ ਆਪਣੀਆਂ ਇੱਛਾਵਾਂ ਦੇ ਮੁਤਾਬਕ ਨਹੀਂ ਜੇ ਮੰਗਣਾ ਪਰਮੇਸ਼ਰ ਤੋਂ ਕਿ ਪਰਮੇਸ਼ਰ ਮੈਨੂੰ ਹੈਲੀਕਾਪਟਰ ਚਾਹੀਦਾ, ਮੈਨੂੰ ਪਰਮੇਸ਼ਰ ਐਰੋਪਲੇਨ ਚਾਹੀਦਾ, ਪਰਮੇਸ਼ਰ ਮੈਂ ਅਮਰੀਕਾ ਦਾ ਸਿਟੀਜ਼ਨ ਹੋਣਾ ਚਾਹੁੰਦਾ, ਮੈਂ ਆਸਟ੍ਰੇਲੀਆ ਦਾ ਸਿਟੀਜ਼ਨ ਹੋਣਾ ਚਾਹੁੰਦਾ। ਪ੍ਰੋਸਪੈਰਿਟੀ ਤੇ ਅੱਜ ਸਾਰੇ ਪਾਸੇ ਪ੍ਰਚਾਰ ਹੋ ਰਿਹਾ। ਇਸ ਲਈ ਲੋਕ ਅੱਜ ਪਰਮੇਸ਼ਰ ਤੇ ਭਰੋਸਾ ਰੱਖਣ ਦੀ ਬਜਾਏ ਅੱਜ ਉਹ ਉਹਨਾਂ ਲੋਕਾਂ ਤੇ ਭਰੋਸਾ ਰੱਖਦੇ ਨੇ ਜਿਹੜੇ ਉਹਨਾਂ ਵਾਸਤੇ ਇੱਦਾਂ ਦੀਆਂ ਗੱਲਾਂ ਬੋਲ ਰਹੇ ਨੇ। ਮੇਰੇ ਪਿਆਰੇ ਭੈਣੋ ਭਰਾਵੋ, ਮੈਂ ਤੁਹਾਨੂੰ ਅੱਜ ਖੂਬਸੂਰਤੀ ਨਾਲ ਪਰਮੇਸ਼ਰ ਦੇ ਪਿਆਰ ਨਾਲ ਭਰ ਕੇ ਗੱਲ ਕਹਿਣਾ ਚਾਹੁੰਦਾ, ਜੇ ਤੁਸੀਂ ਉਹਦੀ ਇੱਛਾ ਦੇ ਅਨੁਸਾਰ ਪਰਮੇਸ਼ਰ ਤੋਂ ਕੁਝ ਮੰਗਦੇ ਹੋ, ਇਹ ਪ੍ਰਾਰਥਨਾ ਹੈ। ਪ੍ਰਾਰਥਨਾ ਜਦੋਂ ਅਸੀਂ ਕਰਦੇ ਹਾਂ ਤਾਂ ਉਹਦੀ ਇੱਛਾ ਨੂੰ ਦੇਖੀਏ, ਪਰਮੇਸ਼ਰ ਦੀ ਮਰਜ਼ੀ ਨੂੰ ਜਾਣੀਏ। ਪਰਮੇਸ਼ਰ ਦੀ ਇੱਛਾ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਕਹਿੰਦੇ ਕਿ ਜੇ ਤੁਸੀਂ ਉਹਦੀ ਇੱਛਾ ਅਨੁਸਾਰ ਕੁਝ ਮੰਗਦੇ ਹਾਂ ਤਾਂ ਸਾਡੀ ਸੁਣਦਾ ਹੈ। ਕਦੋਂ ਸੁਣਦਾ ਹੈ ਜੀ? ਜਦੋਂ ਅਸੀਂ ਉਹਦੀ ਇੱਛਾ ਦੇ ਅਨੁਸਾਰ ਮੰਗਦੇ ਹਾਂ। ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ, ਆਪਣੀਆਂ ਅਭਿਲਾਸ਼ਾਵਾਂ ਪੂਰੀਆਂ ਕਰਨ ਲਈ ਪਰਮੇਸ਼ਰ ਸਾਨੂੰ ਕਦੀ ਨਹੀਂ ਸੁਣਨਗੇ। ਸਾਡੇ ਪਰਮੇਸ਼ਰ ਬੁੱਧੀਮਾਨ ਪਰਮੇਸ਼ਰ ਨੇ, ਸਾਡੇ ਪਰਮੇਸ਼ਰ ਉਹ ਗਿਆਨਵਾਨ ਪਰਮੇਸ਼ਰ ਨੇ। ਉਹ ਇਸ ਤਰ੍ਹਾਂ ਦੇ ਪਰਮੇਸ਼ਰ ਨਹੀਂ ਹੈ ਕਿ ਤੁਹਾਨੂੰ ਦੇ ਕੇ ਖੁਦ ਪਛਤਾਣ ਕੇ ਮੈਨੂੰ ਕੀ ਦੇ ਦਿੱਤਾ। ਉਹ ਇਸ ਤਰ੍ਹਾਂ ਦੇ ਪਰਮੇਸ਼ਰ ਨਹੀਂ ਹਨ। ਉਹ ਪਰਮੇਸ਼ਰ ਬੁੱਧੀਮਾਨ ਪਰਮੇਸ਼ਰ ਹਨ। ਉਹ ਸਾਡੇ ਸਿਰ ਦੇ ਵਾਲਾਂ ਦੀ ਗਿਣਤੀ ਵੀ ਜਾਣਦੇ ਨੇ ਕਿੰਨੀ ਹੈ। ਔਰ ਪਰਮੇਸ਼ਰ ਨੂੰ ਸਾਡਾ ਬੈਠਣਾ ਉੱਠਣਾ ਪਤਾ ਹੈ। ਪਰਮੇਸ਼ਰ ਨੂੰ ਸਾਡੇ ਖਿਆਲ, ਜਿਹੜੇ ਸਾਡੇ ਦਿਲ ਦੇ ਖਿਆਲ, ਭਾਵਨਾਵਾਂ, ਵਿਚਾਰ ਨੇ, ਉਹ ਦੂਰ ਤੋਂ ਹੀ ਪਤਾ ਹਨ ਕਿ ਅਸੀਂ ਕੀ ਸੋਚਦੇ ਹਾਂ। ਔਰ ਪਰਮੇਸ਼ਰ ਨੂੰ ਇਹ ਪਤਾ ਹੈ ਕਿ ਅਸੀਂ ਅੱਜ ਕੀ ਕਰਨਾ ਤੇ ਸਾਲ ਬਾਅਦ ਕੀ ਕਰਨਾ ਤੇ ਆਪਣੀ ਪੂਰੀ ਲਾਈਫ ਦੇ ਵਿੱਚ ਅਸੀਂ ਕੀ ਕਰਨਾ ਹੈ। ਉਹ ਸਾਰੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਜਾਣਦੇ ਨੇ। ਔਰ ਇਸ ਲਈ ਮੈਂ ਕਹਿਣਾ ਚਾਹੁੰਦਾ, ਬਾਈਬਲ ਦੱਸਦੀ ਹੈ ਕਿ ਜੇ ਅਸੀਂ ਉਸ ਦੀ ਇੱਛਾ ਅਨੁਸਾਰ ਕੁਝ ਮੰਗਦੇ ਹਾਂ ਤਾਂ ਸਾਡੀ ਸੁਣਦਾ ਹੈ। ਕਿਹਦੀ ਸੁਣਦਾ? ਜਿਹੜਾ ਉਹਦੀ ਇੱਛਾ ਨੂੰ ਪੂਰਾ ਕਰਦਾ ਹੈ, ਜਿਹੜਾ ਉਹਦੀ ਮਰਜ਼ੀ ਨੂੰ ਪੂਰਾ ਕਰਦਾ ਹੈ। ਔਰ 15 ਆਇਤ ਬਿਆਨ ਕਰਦੀ ਹੈ, ਅਤੇ ਜੇ ਅਸੀਂ ਜਾਣਦੇ ਹਾਂ ਭਾਈ ਜੋ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ, ਤਾਂ ਇਹ ਵੀ ਜਾਣਦੇ ਹਾਂ ਭਾਈ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸੀਂ ਉਸ ਤੋਂ ਮੰਗੀਆਂ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ। ਹਾਲੇਲੂਇਆ। 15 ਆਇਤ ਬਿਆਨ ਕਰਦੀ ਆ, ਜੇ ਸਾਨੂੰ ਇਹ ਪਤਾ ਹੈ ਕਿ ਅਸੀਂ ਉਹਦੀ ਇੱਛਾ ਅਨੁਸਾਰ ਕੁਝ ਮੰਗਦੇ ਤਾਂ ਸਾਨੂੰ ਮਿਲਦਾ ਹੈ, ਤਾਂ ਇਹ ਬਿਆਨ ਕੀਤਾ ਗਿਆ ਹੈ, ਤਾਂ ਫਿਰ ਸਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜੋ ਕੁਝ ਅਸੀਂ ਮੰਗਿਆ ਹੈ ਖੁਦਾ ਸਾਡੇ ਲਈ ਉਹ ਕਰਦਾ ਹੈ। ਸਾਨੂੰ ਆਪਣੀਆਂ ਪ੍ਰਾਰਥਨਾਵਾਂ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੋ ਪ੍ਰਾਰਥਨਾ ਮੈਂ ਕੀਤੀ ਹੈ, ਜੋ ਮੈਂ ਪਰਮੇਸ਼ਰ ਤੋਂ ਮੰਗਿਆ ਹੈ, ਉਹ ਕਿਸੇ ਮਨੁੱਖ ਦੀ ਇੱਛਾ ਲਈ ਨਹੀਂ, ਮੈਂ ਆਪਣੀ ਇੱਛਾ ਲਈ ਨਹੀਂ, ਮੈਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨ ਲਈ ਮੰਗਿਆ ਹੈ। ਮੈਂ ਜਾਣਦਾ ਕਿ ਪਰਮੇਸ਼ਰ ਆਪਣੇ ਲੋਕਾਂ ਦੀਆਂ ਉਹਨਾਂ ਗੱਲਾਂ ਨੂੰ ਜਾਣਦਾ ਹੈ ਕਿ ਜਿੱਥੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਮੰਗਿਆ ਜਾਂਦਾ ਹੈ। ਜਿਵੇਂ ਕਿ ਫੋਰ ਐਗਜ਼ਾਮਪਲ
ਹੰਨਾ ਨੇ रो रो के ਦੁਆ ਕੀਤੀ, ਭੁੱਬਾਂ ਮਾਰ ਮਾਰ ਕੇ ਰੋਈ ਕਿ ਪਰਮੇਸ਼ਵਰ ਮੈਨੂੰ ਇੱਕ ਪੁੱਤਰ ਦੇ। ਔਰ ਜਦੋਂ ਪਰਮੇਸ਼ਵਰ ਨੇ ਉਸ ਨੂੰ ਪੁੱਤਰ ਦਿੱਤਾ ਤਾਂ ਉਸ ਤੋਂ ਪਹਿਲਾਂ ਹੀ ਹੰਨਾ ਨੇ ਗੱਲ ਕਹੀ ਸੀ ਕਿ ਪਰਮੇਸ਼ਵਰ ਉਹ ਮੇਰਾ ਨਹੀਂ ਪਰ ਤੇਰਾ ਹੋਵੇਗਾ, ਉਹ ਤੇਰੇ ਕੰਮਾਂ ਲਈ ਹੋਵੇਗਾ, ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਲਈ ਹੋਵੇਗਾ। ਸੋ ਉਸ ਦਾ ਪਹਿਲਾ ਜੋ ਬਾਈਬਲ ਸਾਨੂੰ ਬਿਆਨ ਕਰਦੀ ਹੈ, ਜੋ ਹੰਨਾ ਦਾ ਪੁੱਤਰ ਉਹ ਇਜ਼ਰਾਈਲ ਦਾ ਪਹਿਲਾ ਭਵਿੱਖਵਕਤਾ ਹੋਇਆ ਔਰ ਉਸਨੇ ਬੜੇ ਬੜੇ ਰਾਜਿਆਂ ਨੂੰ ਮਸਾ ਕੀਤਾ, ਪਰਮੇਸ਼ਵਰ ਨੇ ਉਸ ਨੂੰ ਇਸਤੇਮਾਲ ਕੀਤਾ। ਇਹ ਇੱਕ ਫॉर ਐਗਜ਼ਾਮਪਲ ਹੈ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਮੰਗਣਾ। ਉਸ ਤੋਂ ਪਹਿਲਾਂ ਵੀ ਉਹ ਕਈ ਵਾਰੀ ਮੰਗ ਚੁੱਕੀ ਸੀ, ਆਪਣੇ ਪਤੀ ਨਾਲ ਲੜੀ ਸੀ, ਬਹੁਤ ਜਗ੍ਹਾ ਉਸਨੇ ਤਰਲੇ ਪਾਏ ਸੀ ਵੀ ਕਿ ਮੈਨੂੰ ਬੱਚਾ ਮਿਲ ਜਾਏ, ਪਰ ਨਹੀਂ ਮਿਲਿਆ। ਪਿਆਰੇ ਭੈਣੋ ਭਰਾਵੋ, ਖੁਦਾ ਅੱਜ ਵੀ ਉਹੀ ਪਰਮੇਸ਼ਵਰ ਹੈ। ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਇੱਛਾ ਨੂੰ ਜਾਣੋ, ਉਸ ਦੀ ਮਰਜ਼ੀ ਨੂੰ ਜਾਣੋ, ਤਾਂ ਕਿ ਉਹ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਸਕਣ। ਔਰ ਰੋਮਨ ਚੈਪਟਰ 12 ਔਰ 12 ਉਸ ਦੀ ਵਚਨ 'ਚ ਅਸੀਂ ਰੋਮੇ 12 ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਲਿਖਿਆ, ਆਸਾ ਵਿੱਚ ਆਨੰਦ ਅਤੇ ਵਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ। ਹਾਲੇਲੂਇਆ। ਇਸ ਗੱਲ ਤੇ ਧਿਆਨ ਦਈਏ ਕਿ ਆਸ਼ਾ ਵਿੱਚ ਆਨੰਦਿਤ ਰਹੋ। ਜੋ ਆਸ਼ਾ ਤੁਹਾਡੀ ਪਰਮੇਸ਼ਵਰ ਤੇ ਹੈ ਉਸ ਵਿੱਚ ਆਨੰਦਿਤ ਰਹੋ। ਇਹ ਨਾ ਸੋਚੋ ਕਿ ਮੈਂ ਪ੍ਰਾਰਥਨਾ ਤਾਂ ਕਰ ਰਿਹਾ ਕਿ ਪਰਮੇਸ਼ਵਰ ਫਿਰ ਵੀ ਮੇਰੇ ਤੇ ਜਿਹੜੀ ਵਿਪਤਾ ਹੈ ਉਹ ਜਾ ਨਹੀਂ ਰਹੀ, ਮੈਂ ਵਿਪਤਾ ਚੋਂ ਕਿਉਂ ਲੰਘ ਰਿਹਾ। ਬਾਈਬਲ ਕਹਿੰਦੀ ਹੈ ਕਿ ਆਸਾ ਵਿੱਚ ਆਨੰਦ ਕਰੋ ਅਤੇ ਵਿਪਤਾ ਵਿੱਚ ਧੀਰਜ ਕਰੋ। ਵਿਪਤਾ ਦੇ ਵਿੱਚ ਕੀ ਕਰੋ? ਧੀਰਜ ਰੱਖੋ ਔਰ ਪ੍ਰਾਰਥਨਾ ਲਗਾਤਾਰ ਕਰੋ। ਇਸ ਲਈ ਯਾਦ ਰੱਖੋ ਕਿ ਪਰਮੇਸ਼ਵਰ ਨੂੰ ਪਤਾ ਹੈ ਕਿ ਤੁਹਾਡੀ ਕੀ ਨੀਡ ਹੈ, ਕੀ ਜ਼ਰੂਰਤ ਹੈ। ਪਰਮੇਸ਼ਵਰ ਸਮੇਂ ਸਿਰ ਉਸ ਜ਼ਰੂਰਤ ਨੂੰ, ਉਹ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਸਵਰਗ ਤੋਂ ਪੂਰਾ ਕਰੇਗਾ। ਸੋ ਮੈਂ ਪ੍ਰਾਰਥਨਾ ਦੇ ਵਿਸ਼ੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਸੀ ਔਰ ਮੈਂ ਜਿਸ ਤਰ੍ਹਾਂ ਕਿ ਅਸੀਂ ਜ਼ਬੂਰਾਂ ਦੇ ਵਿੱਚੋਂ ਸਿੱਖਿਆ ਹੈ, ਜ਼ਬੂਰ ਬਹੁਤ ਹੀ ਖੂਬਸੂਰਤੀ ਨਾਲ ਸਾਨੂੰ ਦੱਸਦੇ ਨੇ ਕਿ ਅਸੀਂ ਪਰਮੇਸ਼ਵਰ ਤੋਂ ਸਿੱਧੇ ਮਨ ਦੇ ਨਾਲ ਪ੍ਰਾਰਥਨਾ ਕਰੀਏ। ਜੋ ਕੁਝ ਵੀ ਅਸੀਂ ਪ੍ਰਾਰਥਨਾ ਕਰਦੇ ਹਾਂ ਉਸ ਦੇ ਉੱਤੇ ਯਕੀਨ ਕਰੀਏ ਕਿ ਅਸੀਂ ਜੋ ਮੰਗਿਆ ਸਾਨੂੰ ਮਿਲਦਾ, ਜਦੋਂ ਅਸੀਂ ਉਸ ਦੀ ਇੱਛਾ ਦੇ ਅਨੁਸਾਰ ਕੁਝ ਮੰਗਦੇ ਹਾਂ। ਦੂਜਿਆਂ ਉੱਤੇ ਡਿਪੈਂਡ ਨਾ ਹੋਵੋ। ਬਹੁਤ ਸਾਰੇ ਲੋਕ ਕਈ ਵਾਰੀ ਮਨ ਰੱਖਣ ਵਾਸਤੇ ਕਹਿ ਦਿੰਦੇ ਨੇ। ਕਈ ਲੋਕਾਂ ਨੂੰ ਅਸੀਂ ਜਦੋਂ ਪਹਿਲੀ ਵਾਰ ਵੀ ਮਿਲਦੇ ਹਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿੱਦਾਂ ਠੀਕ ਹੋ ਤੁਸੀਂ, ਪਰਮੇਸ਼ਵਰ ਦੇ ਵਿੱਚ ਸਹੀ ਚੱਲ ਰਹੇ ਹੋ? ਤੇ ਉਹ ਕਹਿੰਦੇ ਨੇ ਜੀ ਪਾਸਟਰ ਜੀ ਤੁਹਾਡੀਆਂ ਦੁਆਵਾਂ ਨਾਲ ਸਭ ਕੁਝ ਠੀਕ ਹੈ। ਤੁਸੀਂ ਯਕੀਨ ਕਰੋਗੇ ਕਿ ਅਸੀਂ ਉਹਨਾਂ ਵਾਸਤੇ ਕਦੀ ਪ੍ਰਾਰਥਨਾ ਨਹੀਂ ਕੀਤੀ ਹੁੰਦੀ ਔਰ ਉਹ ਕਹਿੰਦੇ ਤੁਹਾਡੀਆਂ ਪ੍ਰਾਰਥਨਾਵਾਂ ਨਾਲ ਸਭ ਕੁਝ ਠੀਕ ਹੈ। ਤਾਂ ਇਹ ਗੱਲ ਯਾਦ ਰੱਖੋ, ਉਹ ਇੱਕ ਭਰਮ ਹੈ, ਉਹ ਇੱਕ ਭੁਲੇਖਾ ਹੈ, ਉਹ ਇੱਕ ਗਲਤ ਫਹਿਮੀ ਹੈ ਕਿ ਤੁਹਾਡੇ ਲਈ ਸ਼ਾਇਦ ਪ੍ਰਾਰਥਨਾ ਕੀਤੀ ਸੀ, ਤੁਹਾਨੂੰ ਮਿਲੇ ਹੀ ਫਸਟ ਟਾਈਮ ਆ, ਤਾਂ ਤੁਹਾਡੇ ਲਈ ਦੁਆਵਾਂ ਕਿਵੇਂ ਕੀਤੀਆਂ। ਸੋ ਯਾਦ ਰੱਖੋ ਪਰਮੇਸ਼ਵਰ ਜਾਣਦੇ ਨੇ ਤੁਹਾਨੂੰ, ਤੁਹਾਡੇ ਬਾਈ ਨੇਮ ਜਾਣਦੇ ਨੇ, ਤੁਹਾਡੀ ਫੈਮਿਲੀ ਨੂੰ ਜਾਣਦੇ ਨੇ, ਤੁਹਾਡੀ ਬੈਕਗ੍ਰਾਉਂਡ ਨੂੰ ਜਾਣਦੇ ਨੇ। ਪਰਮੇਸ਼ਵਰ ਜਾਣਦੇ ਨੇ ਕਿ ਤੁਹਾਡੀਆਂ ਪ੍ਰਾਰਥਨਾਵਾਂ ਜਿਹੜੀਆਂ ਸਿੱਧੇ ਮਨ ਦੇ ਨਾਲ ਪਰਮੇਸ਼ਵਰ ਅੱਗੇ ਕੀਤੀਆਂ ਜਾਂਦੀਆਂ ਨੇ, ਧਰਮੀਆਂ ਦੀਆਂ ਪ੍ਰਾਰਥਨਾਵਾਂ 'ਚ ਬੜਾ ਅਸਰ ਹੁੰਦਾ ਹੈ। ਸੋ ਅੱਜ ਤੋਂ ਯਾਦ ਰੱਖਿਓ ਕਿ ਤੁਹਾਡੀ ਪ੍ਰਾਰਥਨਾ ਜਿਹੜੀ ਹੈ, ਭਾਵੇਂ ਤੁਸੀਂ ਲੰਬੇ ਸਮੇਂ ਤੋਂ ਪ੍ਰਾਰਥਨਾ ਪਰਮੇਸ਼ਵਰ ਦੇ ਅੱਗੇ ਕਰ ਰਹੇ ਹੋ, ਪਰ ਯਾਦ ਰੱਖੋ ਆਪਣੀਆਂ ਪ੍ਰਾਰਥਨਾਵਾਂ ਜਿਹੜੀਆਂ ਤੁਸੀਂ ਪਰਮੇਸ਼ਵਰ ਅੱਗੇ ਕੀਤੀਆਂ ਆਪਣੀ ਰਿਕਾਰਡ ਦੇ ਵਿੱਚ ਰੱਖੋ। ਪਰਮੇਸ਼ਵਰ ਤੋਂ ਜੋ ਮੰਗਿਆ ਹੈ ਕਿ ਉਸ ਦੀ ਇੱਛਾ ਦੇ ਅਨੁਸਾਰ ਮੰਗਿਆ ਹੈ, ਕਿ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਮੰਗਿਆ ਹੈ। ਜੇ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਮੰਗਿਆ ਹੈ ਤਾਂ ਤੁਸੀਂ ਉਸ ਨੂੰ ਪਾ ਲਿਆ ਹੈ। ਵਿਸ਼ਵਾਸ ਕਰੋ। ਫਿਰ ਇਸ ਲਈ ਲਿਖਿਆ ਹੈ ਕਿ ਤੁਸੀਂ ਆਸ਼ਾ ਵਿੱਚ ਆਨੰਦ ਅਤੇ ਵਿਪਤਾ ਵਿੱਚ ਧੀਰਜ ਕਰੋ। ਹੁਣ ਕਿੱਦਾਂ ਧੀਰਜ ਕਰੀਏ? ਦੇਖੋ, ਆਸ਼ਾ ਵਿੱਚ ਆਨੰਦ ਮਨਾਉਣਾ ਹੈ। ਸਾਡੀ ਆਸ਼ਾ ਹੈ ਕਿ ਪਰਮੇਸ਼ਵਰ ਤੋਂ ਮੰਗਿਆ ਉਹ ਹੋ ਜਾਏਗਾ। ਮੈਂ ਅੱਜ ਤੋਂ ਖੁਸ਼ੀ ਮਨਾਵਾਂਗਾ ਉਸ ਗੱਲ ਲਈ ਕਿ ਜੋ ਮੈਂ ਪਰਮੇਸ਼ਵਰ ਤੋਂ ਮੰਗਿਆ ਉਹ ਪਰਮੇਸ਼ਵਰ ਨੇ ਮੈਨੂੰ ਦੇ ਦਿੱਤਾ ਹੈ, ਮੈਂ ਆਨੰਦਿਤ ਹਾਂ। ਵਿਪਤਾ ਵਿੱਚ ਧੀਰਜ ਕਰੋ। ਵਿਪਤਾ ਆਈ ਹੈ ਔਰ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਖੁਦਾ ਤੂੰ ਸਾਨੂੰ ਵਿਪਤਾ ਚੋਂ ਬਾਹਰ ਨਿਕਲਣ ਦਾ ਰਾਹ ਵੀ ਦੇਵੇਂਗਾ। ਔਰ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਵਿਪਤਾ ਵਿੱਚ ਧੀਰਜ ਕਰੋ। ਹੁਣ ਅਸੀਂ ਧੀਰਜ ਨਾਲ ਉਡੀਕ ਕਰਾਂਗੇ ਕਿ ਇਸ ਵਿਪਤਾ ਚੋਂ ਖੁਦਾ ਸਾਨੂੰ ਬਾਹਰ ਲੈ ਕੇ ਜਾ ਰਿਹਾ ਹੈ। ਔਰ ਲਗਾਤਾਰ ਪ੍ਰਾਰਥਨਾ ਕਰੋ। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਜਦ ਤੁਸੀਂ ਉੱਠਦੇ ਬਹਿੰਦੇ ਤੁਰਦੇ ਫਿਰਦੇ ਪਰਮੇਸ਼ਰ ਦੀ ਆਰਾਧਨਾ ਮਹਿਮਾ ਉਸ ਦੀ ਵਡਿਆਈ ਕਰਦੇ ਹੋ ਤਾਂ ਪਰਮੇਸ਼ਰ ਤੁਹਾਡੇ ਨਾਲ ਹੋ ਕੇ ਅਚੰਭੇ ਕੰਮ ਕਰਨਗੇ। ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ ਕਿ ਪਰਮੇਸ਼ਰ ਨੇ ਅੱਜ ਪ੍ਰਾਰਥਨਾ ਦੇ ਵਿਸ਼ੇ ਦੇ ਵਿੱਚ ਸਾਨੂੰ ਇੱਕ ਛੋਟਾ ਜਿਹਾ ਜੋ ਸੰਦੇਸ਼ ਦਿੱਤਾ ਔਰ ਇਸ ਦੇ ਵਿੱਚ ਵੱਡਾ ਭੇਤ ਦਿੱਤਾ ਔਰ ਅਸੀਂ ਉਸ ਦੇ ਅਨੁਸਾਰ ਅੱਜ ਤੋਂ ਪ੍ਰਾਰਥਨਾ ਕਰਾਂਗੇ। ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਆਪਣੇ ਜੀਵਨ 'ਚ ਵੱਡੀਆਂ ਔਰ ਉਹ ਆਸ਼ੀਸ਼ਾਂ ਜਿਹਨਾਂ ਨੂੰ ਤੁਸੀਂ ਅੱਜ ਤੱਕ ਨਹੀਂ ਵੇਖਿਆ ਜ਼ਰੂਰ ਵੇਖੋਗੇ। ਪਰਮੇਸ਼ਵਰ ਦੀ ਮਹਿਮਾ ਹੋਵੇ ਇਹਨਾਂ ਸਾਰੀਆਂ ਗੱਲਾਂ ਲਈ। ਜਦ ਵੀ ਤੁਸੀਂ ਸਾਡੇ ਇਲਾਕੇ 'ਚ ਆਉਂਦੇ ਹੋ ਤਾਂ ਸਾਡੇ ਨਾਲ ਮਿਲ ਕੇ ਜ਼ਰੂਰ ਪਰਮੇਸ਼ਵਰ ਦੀ ਆਰਾਧਨਾ ਕਰੋ। ਪਰਮੇਸ਼ਵਰ ਤੁਹਾਨੂੰ ਕਮਾਲ ਦੀ ਜਗ੍ਹਾ ਤੇ ਪਹੁੰਚਾਉਣਗੇ। ਗॉड ਬਲੈਸ ਯੂ। ਸ਼ਾਲੋਮ।